ਸਾਹਿਬ ਜੀ। ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। हम मैले तुम उजल करते, हम निर्गुण तू दाता। हम मूर्ख तुम चतर सियाणे, तू सर्ब कला का ज्ञाता। सर्ब कला का ज्ञाता। सम्मान योग गुरु की साजी हुई गुरु प्यारी संगत जी। दीन दुनिंदे पातशाह ब्रह्मंड दे बादशाह श्री गुरु ग्रंथ साहिब जी महाराज तिन्हां दी अपार बख्शिश हुई है। सानू ये अमृत वेले दी दात उस दी रहमत दे द्वारा प्राप्त हुई है। हर एक इंसान दी जिंदगी दा एक एक पल जो है बड़ा ही कीमती है। एक एक श्वास इतना अनमोल है कि करोड़ां रुपये दे के भी इस विच वाधा नहीं किया जा सकता। ਤੇ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਕੋਲ ਆ ਕੇ ਸੱਜ ਜਾਂਦੇ ਹਾਂ ਉਦੋਂ ਇਹਨਾਂ ਸਵਾਸਾਂ ਦੀ ਜਿਹੜੀ ਕੀਮਤ ਆ ਇਹ ਹੋਰ ਵੀ ਦੁੱਗਣੀ ਹੋ ਜਾਂਦੀ ਆ, ਕਿਉਂਕਿ ਇੱਥੇ ਬੈਠ ਕੇ ਕੁਝ ਅਜਿਹਾ ਸਿੱਖਣ ਨੂੰ ਮਿਲਦਾ ਜਿਹਨੂੰ ਜ਼ਿੰਦਗੀ ਵਿੱਚ ਕਮਾ ਕੇ ਅਸੀਂ ਹੋਰ ਵੀ ਸੋਹਣੇ ਹੋ ਸਕਦੇ ਹਾਂ, ਅੰਦਰੋਂ ਨਿਰਮਲ ਹੋ ਸਕਦੇ ਹਾਂ, ਗੁਣਾਂ ਦੇ ਨਾਲ ਸਾਂਝ ਕਰ ਸਕਦੇ ਹਾਂ। ਸੋ ਆਓ ਆਪਾਂ ਐਸੀ ਪਿਆਰੀ ਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਸਤਿਕਾਰ ਅਦਬ ਦੇ ਨਾਲ ਆਖਣਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਪਾਵਨ ਹੁਕਮਨਾਮਾ ਸਾਹਿਬ ਸ੍ਰੀ ਮੁਖਵਾਕ ਸਾਹਿਬ ਹੈ ਉਹ ਸ਼ਾਂਤੀ ਦੇ ਪੁੰਜ ਨਿਮਰਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਉਹਨਾਂ ਦੀ ਮਿੱਠੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਰਾਗ ਟੋਡੀ ਦੇ ਵਿੱਚ 718 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹੈ, ਦਰਜ ਹੈ। ਗੁਰੂ ਸਾਹਿਬ ਜੀ ਇਸ ਸ਼ਬਦ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਕਿ ਦੁਨੀਆ ਦੇ ਵਿੱਚ ਨਾ ਅਨੇਕਾਂ ਤਰ੍ਹਾਂ ਦੇ ਹੀ ਪੁੰਨ ਨੇ
ਭਾਵ ਜੇ ਬੰਦਾ ਪੁੰਨ ਕਰਨ ਲੱਗ ਜਾਵੇ, ਬੜੇ ਤਰ੍ਹਾਂ ਦੇ ਪੁੰਨ ਹਨ। ਕਿਸੇ ਗਰੀਬ ਬੱਚੇ ਨੂੰ ਪੜ੍ਹਾਉਣਾ, ਮੰਗਤਿਆਂ ਨੂੰ ਪੈਸੇ ਦੇਣੇ, ਗਰੀਬਾਂ ਨੂੰ ਭੋਜਨ ਛਕਾਉਣਾ, ਗੁਰੂ ਘਰ ਦੀਆਂ ਇਮਾਰਤਾਂ ਲਈ ਦਸਵੰਧ ਦੇਣਾ, ਜਾਂ ਇਤਿਹਾਸਕ ਸਥਾਨਾਂ ਦੇ ਕਿਸੇ ਨੂੰ ਦਰਸ਼ਨ ਕਰਵਾ ਦੇਣੇ ਸੰਗਤਾਂ ਨੂੰ, ਜਾਂ ਫਿਰ ਕਿਸੇ ਗਰੀਬ ਦੀ ਬਾਂਹ ਫੜਨੀ, ਸਹਾਰੇ ਬਣਨਾ। ਬਹੁਤ ਤਰ੍ਹਾਂ ਦੇ ਪੁੰਨ ਨੇ, ਬਹੁਤ ਤਰ੍ਹਾਂ ਦਾ ਦਾਨ ਹੈ। ਇਹ ਸਭ ਬਹੁਤ ਚੰਗਾ ਹੈ। ਪਰ ਜਦੋਂ ਆਪਾਂ ਇਹ ਕਰਦਿਆਂ ਅੱਗੇ ਇੱਕ ਪੌੜੀ ਆਉਂਦੀ ਆ। ਜਿਵੇਂ ਕਿ ਇਹ ਪਹਿਲੀ ਪੜਾਅ ਨੇ ਅਧਿਆਤਮ ਦੇ, ਸ਼ੁਰੂਆਤ ਦੇ, ਜਿਹੜੀ ਸਪਿਰਿਚੁਅਲ ਲਾਈਫ ਜਿਹਨੂੰ ਆਪਾਂ ਕਹਿੰਦੇ ਆ, ਤਾਂ ਅੱਗੇ ਜਿਹੜੀ ਇੱਕ ਜ਼ਿੰਦਗੀ ਆ, ਉਹਦੀਆਂ ਜਿਹੜੀਆਂ ਪੌੜੀਆਂ ਨੇ, ਉਹਦੇ ਵਿੱਚ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਪੁੰਨ, ਦਾਨ, ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਪਰਮਾਤਮਾ ਦੀ ਬੰਦਗੀ ਕਰਨਾ ਹੀ ਦੁਨੀਆ ਦਾ ਸਭ ਤੋਂ ਵੱਡਾ ਪੁੰਨ ਹੈ, ਦੁਨੀਆ ਦਾ ਸਭ ਤੋਂ ਵੱਡਾ ਦਾਨ ਹੈ, ਦੁਨੀਆ ਦੀ ਸਭ ਤੋਂ ਵੱਡੀ ਪੂਜਾ ਹੈ। ਕਿਵੇਂ? ਜਿਸ ਦਿਨ ਆਪਾਂ ਬੰਦਗੀ ਕਰਦੇ ਹਾਂ, ਉਸ ਦਿਨ ਵੀ ਆਪਾਂ ਦਾਨ ਕਰ ਰਹੇ ਹੁੰਦੇ ਹਾਂ। ਕਿਹਦਾ? ਆਪਣੀ ਨੀਂਦ ਦਾ। ਅੰਮ੍ਰਿਤ ਵੇਲੇ ਉੱਠਦੇ ਹਾਂ, ਆਪਣੀ ਨੀਂਦ ਦਾ ਦਾਨ ਕਰਦੇ ਹਾਂ, ਆਪਣੇ ਹੰਕਾਰ ਦਾ ਦਾਨ ਕਰਦੇ ਹਾਂ। ਉਸ ਦਿਨ ਮਸਕੀਨ ਸਾਹਿਬ ਜੀ ਦੇ ਇੱਕ ਬਚਨ ਨੇ ਬੜੇ ਪਿਆਰੇ। ਆਪ ਜੀ ਕਿਹਾ ਕਰਦੇ ਸੀ ਕਿ ਸੋਨੇ ਦਾ ਦਾਨ, ਚਾਂਦੀ ਦਾ ਦਾਨ, ਪੈਸਿਆਂ ਦਾ ਦਾਨ, ਇਹ ਸਭ ਤਾਂ ਹੈ ਕਿ ਇੱਕ ਦਿਨ ਸਾਨੂੰ ਆਪਣੀ ਅਕਲ ਦਾ ਦਾਨ, ਆਪਣੀ ਮੱਤ ਦਾ ਦਾਨ, ਆਪਣੇ ਹੰਕਾਰ ਦਾ ਦਾਨ ਗੁਰੂ ਅੱਗੇ ਕਰਨਾ ਆ ਜਾਵੇ। ਤੇ ਕਮਾਲ ਦੀ ਗੱਲ ਇਹ ਆ, ਗੁਰੂ ਸਾਹਿਬ ਅੱਗੇ ਜੋ ਅਸੀਂ ਅੱਜ ਤੱਕ ਟੇਕਿਆ, ਚਾਹੇ ਉਹ ਇੱਕ ਕੌਡੀ ਸੀ, ਚਾਹੇ ਉਹ ਸੀ 10 ਰੁਪਈਏ, ਚਾਹੇ ਸੀ ਕਈ ਹਜ਼ਾਰ ਰੁਪਈਏ, ਚਾਹੇ ਸੀ ਸੋਨਾ, ਅਸੀਂ ਮੁੜ ਨਹੀਂ ਲਿਆ, ਮੁੜ ਨਹੀਂ ਚੁੱਕਿਆ। ਜੋ ਗੁਰੂ ਨੂੰ ਦੇ ਦਿੱਤਾ ਉਹ ਦੇ ਦਿੱਤਾ ਹੈ, ਮੁੜ ਕੇ ਵਾਪਸ ਨਹੀਂ ਮੰਗਿਆ। ਇੱਕ ਚੀਜ਼ ਰੋਜ਼ ਆ ਜਿਹੜੀ ਅਸੀਂ ਗੁਰੂ ਸਾਹਿਬ ਅੱਗੇ ਰੱਖ ਕੇ ਮੁੜ ਚੁੱਕਦੇ ਹਾਂ, ਉਹ ਹੈ ਸਾਡਾ ਹੰਕਾਰ, ਉਹ ਹੈ ਸਾਡਾ ਗੁੱਸਾ, ਉਹ ਹੈ ਸਾਡਾ ਲਾਲਚ, ਉਹ ਆ ਸਾਡੀਆਂ ਮਾੜੀਆਂ ਆਦਤਾਂ। ਜਦੋਂ ਅਸੀਂ ਮੱਥਾ ਟੇਕਦੇ ਹਾਂ, ਉਸ ਵਕਤ ਸਿਰ ਦੇ ਵਿੱਚ ਜੋ ਖਿਆਲ ਹੁੰਦੇ ਨੇ, ਉਹ ਵੀ ਅਸੀਂ ਗੁਰੂ ਅੱਗੇ ਟੇਕਣੇ ਹੁੰਦੇ ਨੇ। ਤਾਂ ਗੁਰੂ ਮਹਾਰਾਜ ਤੋਂ ਬਿਨਾਂ ਉਹਨਾਂ ਨੂੰ ਕੋਈ ਲੈਂਦਾ ਨਹੀਂ। ਇਸ ਕਰਕੇ ਜਿਸ ਦਿਨ ਬੰਦਾ ਬੰਦਗੀ ਕਰਦਾ ਹੈ, ਉਸ ਦਿਨ ਉਹ ਦਾਨ ਕਰ ਰਿਹਾ ਹੈ। ਆਪਣੀਆਂ ਮਾੜੀਆਂ ਜਿਹੜੀਆਂ ਆਦਤਾਂ ਨੇ, ਬੈਡ ਹੈਬਿਟਸ ਜਿਹੜੀਆਂ ਨੇ, ਤੇ ਉਹਨਾਂ ਦਾ ਦਾਨ ਗੁਰੂ ਅੱਗੇ ਕਰਦਾ ਹੈ। ਤੇ ਦੁਨੀਆ ਵਿੱਚ ਇੱਕ ਗੁਰੂ ਹੀ ਆ ਜਿਹੜਾ ਕਿ ਇਹਨਾਂ ਨਾਲਿਆਂ ਨੂੰ, ਇਹਨਾਂ ਭੈੜੀਆਂ ਆਦਤਾਂ ਨੂੰ ਆਪਣੇ ਵਿੱਚ ਸਮਾਉਂਦਾ ਹੈ, ਹੋਰ ਨਹੀਂ ਕੋਈ। ਇਸ ਕਰਕੇ ਪਰਮਾਤਮਾ ਦੀ ਬੰਦਗੀ ਕਰਨਾ ਹੀ ਅਸਲ ਦਾਨ ਹੈ। ਬਾਕੀ ਦਾਨਾਂ ਨੂੰ ਮਹਾਰਾਜ ਨੇ ਅਹਿਮੀਅਤ ਦਿੱਤੀ ਆ, ਉਹਨਾਂ ਨੂੰ ਇਵੇਂ ਸਮਝੋ। ਬੱਚੇ ਹੁੰਦੇ ਨੇ, ਨਿਆਣੇ, ਪੁਰਾਣਾ ਜ਼ਮਾਨਾ ਜਿਵੇਂ ਸੀ, ਫੱਟੀ ਪੋਚਣੀ, ਊੜਾ ਆਇੜਾ ਈਵੜੀ ਸੱਸਾ ਹਾਹਾ ਕੱਕਾ ਖੱਖਾ ਗੱਗਾ, ਇੱਦਾਂ ਲਿਖਣਾ। ਫਿਰ ਹੌਲੀ ਹੌਲੀ ਅੱਖਰ ਜੋੜਨੇ, ਉਹ ਪੜ੍ਹਨੇ ਸਿੱਖਣੇ, ਉਹਨਾਂ ਨੂੰ ਇਵੇਂ ਸਮਝੋ। ਪਰ ਜਦੋਂ ਬੱਚੇ ਹੁਣ ਪੜ੍ਹ ਜਾਂਦੇ ਨੇ, ਉਹ ਅਖਬਾਰ, ਉਹ ਇੱਦਾਂ ਸਾਰੀਆਂ ਚੀਜ਼ਾਂ ਨੂੰ ਬੜੀ ਆਸਾਨੀ ਨਾਲ ਪੜ੍ਹਦੇ ਨੇ, ਬਿਲਕੁਲ ਹੂਬਹੂ ਇੱਦਾਂ ਹੀ ਉਹ ਚੀਜ਼ਾਂ ਊੜਾ ਆਇੜਾ ਈੜੀ ਨੇ। ਪਰ ਅਸਲ ਚੀਜ਼ ਤਾਂ ਬੰਦਗੀ ਹੈ, ਅਸਲ ਚੀਜ਼ ਤਾਂ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੈ। ਅਸਲ ਚੀਜ਼ ਇਹ ਆ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵਾਹਿਗੁਰੂ, ਜੋ ਤੂੰ ਮੇਰੀ ਜ਼ਿੰਦਗੀ ਵਿੱਚ ਕੀਤਾ ਸੀ ਉਹ ਠੀਕ, ਜੋ ਤੂੰ ਕਰ ਰਿਹਾ ਠੀਕ, ਜੋ ਤੂੰ ਕਰੇਗਾ ਉਹ ਠੀਕ। ਇਹਨੂੰ ਹੀ ਬੰਦਗੀ ਕਹਿੰਦੇ ਆ। ਜੇ ਬੰਦਾ ਨਿਤਨੇਮ ਵੀ ਕਰਦਾ,
ਰੱਬ ਨੂੰ ਉਲਾਂਭੇ ਵੀ ਦੇਈ ਜਾਂਦਾ, ਫਿਰ ਉਹ ਕਾਹਦਾ ਨਿਤਨੇਮੀ ਆ। ਬਾਣੀ ਭਾਵੇਂ ਥੋੜ੍ਹੀ ਪੜ੍ਹੋ, ਇਉਂ ਪੜ੍ਹੋ ਇਹ ਮੇਰੇ ਲਈ ਲਿਖੀ ਗਈ ਆ। ਬਾਣੀ ਭਾਵੇਂ ਥੋੜ੍ਹੀ ਪੜ੍ਹ ਲਓ, ਸ਼ੁਰੂਆਤ ਥੋੜ੍ਹੀ ਤੋਂ ਕਰੋ, ਇਵੇਂ ਪੜ੍ਹੋ ਇਹ ਮੇਰੇ ਲਈ ਗੁਰੂ ਨਾਨਕ ਜੀ ਨੇ ਲਿਖੀ ਆ। ਇਹਨੂੰ ਆਪਣੀ ਮਲਕੀਅਤ ਵਾਂਗ ਸਾਂਭ ਰੱਖੋ। ਜਿਸ ਦਿਨ ਤੁਸੀਂ ਇਸ ਨੂੰ ਆਪਣੀ ਮਲਕੀਅਤ, ਆਪਣੀ ਜਾਇਦਾਦ, ਆਪਣੇ ਗਹਿਣਿਆਂ ਦੇ ਵਾਂਗ ਸਾਂਭ ਕੇ ਰੱਖੋਗੇ ਸਿੱਖਾ, ਉਸ ਦਿਨ ਤੇਰੀ ਜ਼ਿੰਦਗੀ ਵਿੱਚ ਬਦਲਾਵ ਆਵੇਗਾ। ਇਕੱਲੇ ਜ਼ਰੂਰੀ ਕਾਗਜ਼ ਨਹੀਂ ਹੁੰਦੇ, ਬਾਣੀ ਵੀ ਇੱਕ ਵਸੀਅਤ ਹੁੰਦੀ ਆ। ਇਕੱਲੇ ਸੋਨੇ ਦੇ ਗਹਿਣੇ ਨਹੀਂ ਹੁੰਦੇ, ਬਾਣੀ ਵੀ ਸੋਨੇ ਤੋਂ ਮਹਿੰਗੀ ਆ। ਇਸ ਕਰਕੇ ਸਿੱਖਾ ਤੂੰ ਇਹਨੂੰ ਸਾਂਭ ਰੱਖ। ਇਹ ਸਾਂਭਣ ਵਾਲੀ ਚੀਜ਼ ਹੈ। ਸਾਂਭ ਕੇ ਇਹਨੂੰ ਪਿਆਰ ਦੇ ਨਾਲ ਪੜ੍ਹ ਕੇ ਇਹਨੂੰ ਪਿਆਰ ਦੇ ਨਾਲ ਵਿਚਾਰ ਕੇ ਆਪਣੀ ਜ਼ਿੰਦਗੀ ਵਿੱਚ ਲੈ ਕੇ ਆ। ਫਿਰ ਤੇਰੀ ਜ਼ਿੰਦਗੀ ਵਿੱਚ ਬਦਲਾਵ ਨਜ਼ਰ ਆਉਣਗੇ। ਪੁੰਨ, ਦਾਨ, ਪੂਜਾ, ਪਰਮੇਸ਼ਰ। ਦੁਨੀਆ ਦਾ ਸਭ ਤੋਂ ਵੱਡਾ ਪੁੰਨ ਰੱਬ ਦੀ ਬਾਣੀ ਪੜ੍ਹਨਾ ਹੈ ਪਿਆਰ ਦੇ ਨਾਲ। ਦੁਨੀਆ ਦਾ ਸਭ ਤੋਂ ਚੰਗਾ ਦਾਨ ਰੱਬ ਦੀ ਇਬਾਦਤ ਵਿੱਚ ਜੁੜ ਜਾਣਾ ਹੈ। ਆਪਣੀਆਂ ਭੈੜੀਆਂ ਆਦਤਾਂ ਦਾ ਦਾਨ ਗੁਰੂ ਅੱਗੇ ਰੱਖਣਾ ਹੈ। ਆਪਣੇ ਹੰਕਾਰ ਦਾ ਦਾਨ ਕਰਨਾ। ਪੂਜਾ ਦੁਨੀਆ ਦੀ ਸਭ ਤੋਂ ਵੱਡੀ ਪੂਜਾ ਰੱਬ ਦੀ ਕੀਰਤੀ ਕਰਨਾ, ਉਹਨੂੰ ਵਿਚਾਰਨਾ, ਉਹਦੀਆਂ ਗੱਲਾਂ ਨੂੰ। ਗੁਣ ਗਾਵਤ ਆਤੁਲ ਸੁਖ ਪਾਇਆ, ਠਾਕੁਰ ਅਗਮ ਅਪਾਰੇ। ਸੁਖਮਨੀ ਸਾਹਿਬ ਦੇ ਵਿੱਚ ਨਾ ਤੁਸੀਂ ਬਹੁਤ ਵਾਰੀ ਇਹ ਪੰਕਤੀ ਪੜ੍ਹੀ ਹੋਊਗੀ। ਗੁਣ ਗਾਵਤ ਤੇਰੀ ਉਤਰਸ ਮੈਲ। ਇਸ ਪੰਕਤੀ ਦੀ ਸਭ ਤੋਂ ਵੱਧ ਵਿਆਖਿਆ ਆਪਣੇ ਸੰਤ ਹੁੰਦੇ ਨੇ, ਜਿਵੇਂ ਅਨੇਕ ਮਤੀ ਕੇ ਗਿਆਨੀ ਮੋਹਨ ਸਿੰਘ ਜੀ ਸਨ ਭਿੰਡਰਾਂ ਵਾਲੇ। ਕਦੇ ਨਹੀਂ ਅਜਿਹਾ ਹੋਇਆ ਸੰਤ ਮੋਹਨ ਸਿੰਘ ਜੀ ਵੀ ਉਹਨਾਂ ਨੇ ਕਥਾ ਕਰਦਿਆਂ ਇਸ ਪੰਕਤੀ ਦਾ ਜ਼ਿਕਰ ਕੀਤਾ ਹੀ ਨਾ ਹੋਵੇ। ਦਾਸ ਉਹਨਾਂ ਦੀ ਕਥਾ ਨੂੰ ਬਿਲਕੁਲ, ਉਹਨਾਂ ਦੇ ਦਰਸ਼ਨ ਵੀ ਕੀਤੇ ਤੇ ਸੁਣਦੇ ਵੀ ਰਹੇ ਹਾਂ। ਕਦੇ ਵੀ ਐਸਾ ਨਹੀਂ ਹੋਇਆ। ਕਥਾ ਦੇ ਵਿੱਚ ਇਹਨਾਂ ਦੀ ਗੱਲ ਨੋਟ ਕੀਤੀ ਆ ਸਿੱਖਾਂ ਨੇ, ਗੁਰਸਿੱਖਾਂ ਨੇ, ਵੀ ਇਹ ਪੰਕਤੀ ਉਹਨਾਂ ਬੋਲੀ ਨਾ ਹੋਵੇ। ਗੁਣ ਗਾਵਤ ਤੇਰੀ ਉਤਰਸ ਮੈਲ। ਇਹ ਤਾਂ ਸੀ ਕਿਉਂਕਿ ਉਹ ਪਰਮਾਤਮਾ ਦੇ ਖੁਦ ਗੁਣ ਗਾਉਂਦੇ ਸੀ। ਕਿਹਾ ਕਰਦੇ ਸਨ ਜਿੰਨੇ ਵੀ ਸੰਤ ਨੇ, ਗੁਰੂ ਅਰਜਨ ਦੇਵ ਜੀ ਨੇ, ਕੋਈ ਵੀ ਰੱਬ ਦਾ ਪਿਆਰਾ ਹੈ, ਕਿ ਪਰਮਾਤਮਾ ਦੇ ਗੁਣ ਗਾਉਂਦਿਆਂ ਹੀ ਬੰਦੇ ਦੀ ਅਸਲੀ ਮੈਲ ਉਤਰਦੀ ਆ, ਇਦੋਂ ਬਿਨਾਂ ਨਹੀਂ। ਭਾਵ ਕਿ ਜੇ ਤੁਸੀਂ ਆਪਣੀਆਂ ਬੁਰੀਆਂ ਆਦਤਾਂ ਛੱਡਣੀਆਂ ਚਾਹੁੰਦੇ ਹੋ ਨਾ, ਉਹਦੇ ਲਈ ਤੁਹਾਨੂੰ ਰੱਬ ਦੇ ਗੁਣ ਗਾਉਣੇ ਪੈਣਗੇ। ਇੱਕ ਹੀ ਰਾਹ ਹੈ, ਇੱਕ ਹੀ ਮਾਰਗ ਹੈ, ਇੱਕੋ ਹੀ ਇੱਕ ਰਸਤਾ ਹੈ, ਹੋਰ ਥਾਂ ਨਹੀਂ, ਹੋਰ ਕੋਈ ਦੂਜਾ ਹੈ ਹੀ ਨਹੀਂ ਵਸੀਲਾ ਵੀ ਉਹਦੇ ਬਿਨਾਂ ਉਤਰੇਗੀ। ਹੋਰ ਕੋਈ ਵਸੀਲਾ ਨਹੀਂ, ਹੋਰ ਕੋਈ ਰਾਹ ਨਹੀਂ, ਸਿਰਫ ਗੁਣ ਗਾਉਂਦਿਆਂ ਹੀ ਉਤਰੇਗੀ। ਗੁਣ ਗਾਵਤ ਤੇਰੀ ਉਤਰਸ ਮੈਲ, ਬਿਨ ਸਜਾਏ ਹਉਮੈ ਬਿਖ ਫੈਲ। ਆ ਜਿਹੜੀ ਹਉਮੈ ਹੈ, ਹੰਕਾਰ ਆ, ਇਹ ਪਰਮਾਤਮਾ ਦੇ ਗੁਣ ਗਾਉਂਦਿਆਂ ਹੀ ਉਤਰੇਗਾ। ਤੇ ਗੁਰੂ ਸਾਹਿਬ ਨੇ ਇਹੀ ਆਖਿਆ ਅੱਜ ਗੁਰੂ ਅਰਜਨ ਦੇਵ ਜੀ ਨੇ, ਗੁਣ ਗਾਵਤ ਆਤੁਲ ਸੁਖ ਪਾਇਆ। ਅਤੁਲ ਕਹਿੰਦੇ ਨੇ ਜਿਹੜੀ ਚੀਜ਼ ਤੋਲੀ ਨਹੀਂ ਜਾਂਦੀ, ਤੋਲ 'ਚ ਹੀ ਨਹੀਂ ਆਉਂਦੀ, ਬਹੁਤ ਹੁੰਦੀ ਆ, ਜਿਹਦੇ ਅੱਗੇ ਦੁਨੀਆ ਦੇ ਕੰਡੇ ਫਿੱਕੇ ਪੈ ਜਾਂਦੇ ਨੇ, ਤਰਾਜੂ ਜਿਹੜੇ ਨੇ ਟੁੱਟ ਜਾਂਦੇ ਨੇ, ਇੰਨਾ ਭਾਰ ਆ ਉਹ ਚੀਜ਼ ਦਾ। ਇੰਨਾ ਸੁੱਖ ਪਾਇਆ ਜਦੋਂ ਮੈਂ ਉਹਦੇ ਗੁਣ ਗਾਏ। ਜਿਸ ਵਕਤ ਮੈਂ ਉਹਦੇ ਗੁਣ ਗਾਏ, ਉਸ ਵਕਤ ਮੈਨੂੰ ਅਤੁੱਲ ਸੁੱਖ ਮਿਲਿਆ, ਜਿਹੜਾ ਤੋਲਿਆ ਹੀ ਨਹੀਂ ਜਾ ਸਕਦਾ। ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬਹੁਰ ਕਛ ਨਾ ਵਿਚਾਰੇ। ਜਿਨ੍ਹਾਂ ਨੇ ਵਾਹਿਗੁਰੂ ਮਾਲਕ ਨੂੰ ਆਪਣਾ ਬਣਾਇਆ, ਫਿਰ ਉਹ ਉਹਦੀ ਰਜ਼ਾ ਤੋਂ ਬਾਹਰ ਨਹੀਂ ਜਾਂਦੇ, ਉਹਦੀ ਰਜ਼ਾ ਤੋਂ ਬਾਹਰ ਨਹੀਂ ਜਾਂਦੇ ਕਦੇ ਵੀ। ਜਿਨ੍ਹਾਂ ਨੂੰ
ਪਾਰ ਬ੍ਰਹਮ ਨੇ ਆਪਣਾ ਬਣਾ ਲਿਆ। ਉਹ ਸਦਾ ਹੀ ਉਹਦੀ ਕੀਰਤੀ ਗਾਉਂਦੇ ਨੇ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਝਾਰੇ। ਇਹ ਕੰਠ ਮਝਾਰੇ ਦਾ ਭਾਵ ਕੀ ਆ? ਮੈਂ ਗਲ ਦੇ ਵਿੱਚ ਵਾਹਿਗੁਰੂ ਨੂੰ ਪਰੋ ਲਿਆ ਹੈ। ਮੈਂ ਸਦਾ ਹੀ ਆਪਣੇ ਅੰਦਰ ਪਰਮਾਤਮਾ ਦੀ ਬਾਣੀ ਨੂੰ ਯਾਦ ਰੱਖਦਾ ਹਾਂ, ਉਹਨੂੰ ਸਿਮਰਦਾ ਹਾਂ। ਜਦੋਂ ਸ਼ੁਰੂਆਤ ਹੁੰਦੀ ਆ ਨਾ ਸਾਡੇ ਜੀਵਨ ਦੀ, ਜੇ ਚੰਗੇ ਮਾਂ ਪਿਓ ਹੋਣਗੇ ਉਹ ਸਾਨੂੰ ਬਾਣੀ ਵੱਲ ਤੋਰਨਗੇ। ਮਾਂ ਪਿਓ ਦਾ ਇਹ ਫਰਜ਼ ਆ। ਬਾਕੀ ਬੰਦੇ ਦੀ ਕਿਸਮਤ ਹੈ, ਪ੍ਰਾਲਬਧ ਹੈ, ਉਹਦੇ ਕਰਮ ਨੇ। ਉਹ ਕਿਹੋ ਜਿਹੀ ਸੰਗਤ ਆਪ ਚੁਣਦਾ ਵੱਡਾ ਹੋ ਕੇ, ਇਹ ਉਹਦੇ ਤੇ ਆ। ਪਰ ਪਹਿਲਾਂ ਆਪਾਂ ਬੱਚੇ ਨੂੰ ਬਾਣੀ ਨਾਲ ਜੋੜਨਾ, ਇਹ ਮਾਂ ਪਿਓ ਦਾ ਫਰਜ਼ ਆ। ਤੇ ਉਦੋਂ ਬਾਅਦ ਪਹਿਲਾਂ ਉਹ ਬਾਣੀ ਪੜ੍ਹੇਗਾ, ਸਿਰਫ ਪੜ੍ਹੇਗਾ। ਉਹਨੂੰ ਕੋਈ ਨਹੀਂ ਪਤਾ ਕਿ ਇਹ ਰੱਬ ਦੇ ਪਿਆਰਿਆਂ ਦੀ ਇੱਕ ਅਨਮੋਲ ਦਾਤ ਆ। ਪਹਿਲਾਂ ਉਹਨੂੰ ਪਤਾ ਨਹੀਂ ਲੱਗੇਗਾ। ਪਹਿਲਾਂ ਸਿਰਫ ਉਹ ਪੜ੍ਹੇਗਾ, ਇੱਕ ਰੂਟੀਨ ਦੇ ਵਿੱਚ ਪੜ੍ਹੇਗਾ। ਹੌਲੀ ਹੌਲੀ ਸਹਿਜੇ 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 ਉਹ ਅਰਥਾਂ ਦੇ ਨਾਲ ਪੜ੍ਹੇਗਾ ਜਾਂ ਉਹਨੂੰ ਕੰਠ ਕਰੇਗਾ। ਜਦੋਂ ਰੋਜ਼ ਪੜ੍ਹੇਗਾ ਨਾ ਤੇ ਉਹਨੂੰ ਇਹ ਕੰਠ ਹੋ ਜਾਏਗੀ। ਇੱਕ ਸਾਖੀ ਬੜੀ ਪਿਆਰੀ ਆਉਂਦੀ ਆ। ਮਾਤਾ ਗੁਜਰ ਕੌਰ ਜੀ ਸਨ। ਕੌਣ ਆ ਜਿਹਨੇ ਉਹਦਾ ਨਾਮ ਨਹੀਂ ਸੁਣਿਆ ਹੋਵੇਗਾ? ਦੁਨੀਆ 'ਚ ਕੋਈ ਬੰਦਾ ਨਹੀਂ ਹੋਣਾ ਸਾਡੇ ਧਰਮ ਤੋਂ ਇਲਾਵਾ, ਹੋਰ ਵੀ ਧਰਮਾਂ ਦੇ ਲੋਕ, ਸ਼ਾਇਦ ਹੀ ਕੋਈ ਹੋਵੇ ਜਿਹਨੇ ਮਾਤਾ ਗੁਜਰ ਕੌਰ ਜੀ ਦਾ ਨਾਮ ਨਾ ਹੀ ਸੁਣਿਆ ਹੋਵੇ। ਸਭ ਨੇ ਸੁਣਿਆ ਹੈ, ਸਾਰੇ ਉਹਨਾਂ ਨੂੰ ਜਾਣਦੇ ਨੇ। ਕਲਗੀਧਰ ਪਿਤਾ ਜੀ ਦੇ ਮਾਤਾ ਜੀ। ਤੇ ਇੱਕ ਦਿਨ ਬੈਠੇ ਹੋਏ ਸੀ ਤੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਨੂੰ ਕਹਿ ਰਹੇ ਸੀ। ਕਹਿੰਦੇ ਸੀ ਕਿ ਫਲਾਣੀ ਬਾਣੀ ਆਸਾ ਦੀ ਵਾਰ ਸਰਵਣ ਕਰਵਾਓ। ਉਹਨਾਂ ਸੁਣਾ ਦਿੱਤੀ। ਆਖਿਆ ਜਪਜੀ ਸਾਹਿਬ ਬਾਣੀ ਸੁਣਾਓ, ਸੁਣਾ ਦਿੱਤੀ। ਕੰਠ ਸੁਣਾਈ, ਨਾਲੇ ਦੇਖ ਕੇ ਨਹੀਂ ਕੰਠ ਸੁਣਾਈ। ਹੋਰ ਬਾਣੀਆਂ ਬੜੀਆਂ ਸੁਣਾਈਆਂ। ਅਕਾਲ ਉਸਤਤ ਸੁਣਾਓ, ਸੁਣਾ ਦਿੱਤੀ। ਮਾਤਾ ਜੀ ਦੇ ਨਾਲ ਜਿਹੜੀਆਂ ਸਿੱਖ ਬੀਬੀਆਂ ਨੇ ਉਹ ਪੁੱਛਦੀਆਂ ਨੇ, ਕਹਿਣ ਲੱਗੀਆਂ ਤੁਹਾਡੀ ਉਮਰ ਬੜੀ ਛੋਟੀ ਆ, ਤੁਸੀਂ ਇੰਨੀ ਬਾਣੀ ਇੰਨੀ ਨਿੱਕੀ ਉਮਰ ਵਿੱਚ ਕੰਠ ਕਿਵੇਂ ਕੀਤੀ? ਕੋਈ ਜੁਗਤ, ਕੋਈ ਤਰੀਕਾ, ਕੋਈ ਵਿਧੀ? ਸਾਹਿਬਜ਼ਾਦਿਆਂ ਨੂੰ ਪੁੱਛ ਰਹੇ ਆ ਸਾਰੇ ਵੀ ਇੰਨੀ ਨਿੱਕੀ ਉਮਰ ਵਿੱਚ ਤੁਸੀਂ ਇੰਨੀਆਂ ਬਾਣੀਆਂ ਕੰਠ ਕਿਵੇਂ ਕਰ ਲਈਆਂ? ਇੱਕ ਸਵਾਲ ਸੀ, ਇੱਕ ਅਚਰਜ ਸੀ, ਹੈਰਾਨੀ ਸੀ। ਤਾਂ ਪਹਿਲਾਂ ਉਹਨਾਂ ਆਖਿਆ, ਬਾਬਾ ਜੋਰਾਵਰ ਸਿੰਘ ਜੀ ਨੇ ਸਾਹਿਬਜ਼ਾਦਾ ਜੀ ਕਹਿਣ ਲੱਗੇ, ਕਹਿੰਦੇ ਮਾਤਾ ਜੀ, ਦਾਦੀ ਮਾਂ ਜੀ, ਇਹ ਜਿਹੜੀ ਬਾਣੀ ਹੁੰਦੀ ਆ ਇਹ ਕੰਠ ਕਰਨੀ ਨਹੀਂ ਪੈਂਦੀ, ਕੰਠ ਹੁੰਦੀ ਆ ਆਪਣੇ ਆਪ। ਉਹਨਾਂ ਪੁੱਛਿਆ ਕਿਉਂ? ਕਿਉਂਕਿ ਇਹ ਸਹਿਜ ਹੈ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿੱਦਾਂ ਬੀਬੀਆਂ ਮੱਖਣ ਰਿੜਕਣ ਸਮੇਂ, ਪੁਰਾਣੇ ਸਮੇਂ ਉਹ ਹੱਥ ਦੇ ਨਾਲ ਜਿਹੜੀ ਚਾਟੀ ਹੁੰਦੀ ਸੀ, ਮਧਾਣੀ ਹੁੰਦੀ ਸੀ, ਰਿੜਕਦੇ ਹੁੰਦੇ ਸੀ, ਉਹ ਚਾਟੀ ਵਿੱਚ ਪਾ ਕੇ ਸਹਿਜੇ ਸਹਿਜੇ ਹੌਲੀ ਹੌਲੀ ਹੌਲੀ, ਬਿਲਕੁਲ ਹੂਬਹੂ। ਜਦੋਂ ਆਪਾਂ ਰੋਜ਼ ਇਹਨੂੰ ਪੜ੍ਹਾਂਗੇ ਸਹਿਜ ਮਤੇ, ਉਹ ਸਹਿਜ ਆ, ਸਹਿਜ ਨਾਲ ਉਹਨੂੰ ਕੰਠ ਕਰਨਾ ਨਹੀਂ ਪਵੇਗਾ। ਉਹ ਆਪਣੇ ਆਪ ਤੁਹਾਡੀ ਜ਼ੁਬਾਨ 'ਤੇ ਆ ਜਾਵੇਗੀ, ਆਪਣੇ ਆਪ ਤੁਹਾਡੇ ਦਿਲ ਵਿੱਚ ਵਸ ਜਾਵੇਗੀ। ਪਰ ਜਦੋਂ ਤੁਸੀਂ ਉਹਨੂੰ ਪਿਆਰ ਦੇ ਨਾਲ ਪੜ੍ਹੋਗੇ, ਬਾਣੀ ਨੂੰ ਸਿਰਫ ਕੰਠ ਕਰਨ ਦਾ ਇੱਕੋ ਹੀ ਤਰੀਕਾ ਹੈ, ਉਹਨੂੰ ਪਿਆਰ ਦੇ ਨਾਲ ਪੜ੍ਹਨਾ, ਬਿਲਕੁਲ ਪਿਆਰ ਦੇ ਨਾਲ। ਇਤਨਾ ਕਿ ਉਹਨੂੰ ਤੁਸੀਂ ਸਹਿਜ ਤਰੀਕੇ ਨਾਲ ਪੜ੍ਹੋ ਰੋਜ਼, ਤੇ ਤੁਸੀਂ 40 ਦਿਨਾਂ ਬਾਅਦ ਦੇਖੋਗੇ ਉਹ ਪੰਗਤੀਆਂ ਤੁਹਾਨੂੰ ਕੰਠ ਹੋ ਗਈਆਂ ਨੇ, ਕਰਨੀਆਂ ਨਹੀਂ ਪਈਆਂ। ਤਾਂ ਬਾਬਾ ਫਤਿਹ ਸਿੰਘ ਜੀ ਬੋਲੇ, ਦਾਦੀ ਮਾਂ, ਇਹ ਜਿਹੜੀ ਬਾਣੀ ਆ ਇਹਦੇ ਵਿੱਚ ਇੰਨਾ ਰਸ ਹੈ, ਇੱਕ ਪੰਗਤੀ ਪੜ੍ਹ ਕੇ ਜੀ ਕਰਦਾ ਅਗਲੀ ਪੜ੍ਹੀਏ, ਦੂਸਰੀ ਪੜ੍ਹ ਕੇ ਜੀ ਕਰਦਾ ਤੀਸਰੀ ਪੜ੍ਹੀਏ। ਭਾਵ ਇੰਨਾ ਪਿਆਰ ਸੀ ਉਹਨਾਂ ਦਾ ਬਾਣੀ ਦੇ ਨਾਲ। ਤੇ ਕਿਸੇ ਨੇ ਇੱਕ ਸੰਤਾਂ ਤੋਂ ਪੁੱਛ ਲਿਆ, ਭਾਈ ਵੀਰ ਸਿੰਘ ਜੀ ਕਵੀ ਨੇ, ਨਾਲੇ ਸੰਤ ਕਵੀ ਨੇ, ਕਹਿੰਦੇ ਭਾਈ ਸਾਹਿਬ ਜੀ,
ਕਿਵੇਂ ਪਤਾ ਲੱਗੇ ਬਾਣੀ ਪੜ੍ਹੀ ਸਫਲ ਹੋ ਗਈ ਆ। ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ, ਵਾਹਿਗੁਰੂ ਕਹਿੰਦੇ ਹਾਂ, ਕਿਵੇਂ ਪਤਾ ਲੱਗੂ? ਪਹਿਲੀ ਵਾਰ ਵਾਹਿਗੁਰੂ ਕਿਹਾ, ਪ੍ਰਵਾਨ ਹੋ ਗਿਆ ਰੱਬ ਦੇ ਅੱਗੇ, ਕੋਈ ਤਾਂ ਗੱਲ ਦੱਸੋ ਨਾ। ਉਹ ਕਹਿਣ ਲੱਗੇ, ਕਹਿੰਦੇ ਬਸ ਇਹ ਸਮਝ ਲਓ, ਜੇ ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਕਹਿਣ ਦਾ ਦਿਲ ਕਰਦਾ ਨਾ, ਤੇ ਪਹਿਲੀ ਵਾਰ ਦਾ ਕਿਹਾ ਹੋਇਆ ਸਫਲ ਆ। ਜੇ ਇੱਕ ਵਾਰ ਵਾਹਿਗੁਰੂ ਕਹਿ ਕੇ ਦੂਜੀ ਵਾਰ ਕਹਿਣ ਦਾ ਦਿਲ ਨਹੀਂ ਕਰਦਾ, ਸਮਝ ਲਓ ਪਹਿਲੀ ਵਾਰ ਵਾਹਿਗੁਰੂ ਠੀਕ ਤਰੀਕੇ ਨਾਲ ਤੁਸੀਂ ਕਿਹਾ ਨਹੀਂ, ਤੁਹਾਨੂੰ ਕਹਿਣਾ ਨਹੀਂ ਆਇਆ। ਜੇ ਬਾਣੀ ਦੀ ਇੱਕ ਪੰਕਤੀ ਪੜ੍ਹ ਕੇ ਅੱਗੇ ਨਹੀਂ ਤੁਸੀਂ ਵੱਧ ਰਹੇ, ਤਾਂ ਕਹਿਣ ਦਾ ਭਾਵ ਇਹ ਆ ਵੀ ਪਹਿਲੀ ਪੰਕਤੀ ਤੁਸੀਂ ਠੀਕ ਨਾ ਨਹੀਂ ਪੜ੍ਹੀ। ਪਹਿਲੀ ਪੜ੍ਹ ਕੇ ਦੂਜੀ ਪੜ੍ਹਨ ਦਾ ਚਿੱਤ ਕਰਦਾ ਹੈ ਤਾਂ ਉਹ ਸਹੀ ਤੁਸੀਂ ਜਾ ਰਹੇ ਹੋ। ਇਹੀ ਬਸ ਇੱਕ ਸਿਰਫ ਕਸਵੱਟੀ ਆ। ਉਹ ਹੁਣ ਤੁਹਾਨੂੰ ਤੁਹਾਡਾ ਪਤਾ ਭਾਈ, ਮੈਨੂੰ ਮੇਰਾ ਪਤਾ, ਕਿਉਂਕਿ ਹਰ ਬੰਦੇ ਦੇ ਅੰਦਰ ਇੱਕ ਵੱਖਰੀ ਵੱਖਰੀ ਭਾਵਨਾ ਹੈ। ਭਾਵਨਾ ਦੇ ਅਨੁਸਾਰ ਹੀ ਗੁਰੂ ਜੀ ਫਲ ਦਿੰਦੇ ਨੇ। ਤੁਹਾਡੀ ਭਾਵਨਾ ਤੁਸੀਂ ਜਾਣਦੇ ਹੋ ਜਾਂ ਰੱਬ ਜਾਣਦਾ ਹੈ, ਮੇਰੀ ਭਾਵਨਾ ਪਰਮੇਸ਼ਰ ਜੀ ਜਾਣਦੇ ਨੇ। ਅਸੀਂ ਇੱਕ ਦੂਜੇ ਦੀ ਭਾਵਨਾ ਨਹੀਂ ਜਾਣ ਸਕਦੇ, ਭਾਵਨਾ ਗੁਰੂ ਜਾਣਦਾ ਹੈ। ਤਾਂ ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ, ਜੋ ਜਨ ਪਾਰ ਬ੍ਰਹਮ ਆਪਣੇ ਕੀਨੇ, ਤਿਨਕਾ ਬੋਹਰ ਕਛ ਨਾ ਵਿਚਾਰੇ, ਨਾਮ ਰਤਨ ਸੁਨ ਜਪ ਜਪ ਜੀਵਾਂ, ਹਰ ਨਾਨਕ ਕੰਠ ਮਜਾਰੇ। ਮੈਂ ਵਾਹਿਗੁਰੂ ਦੇ ਨਾਮ ਨੂੰ ਸੁਣ ਸੁਣ ਜਿਉਂਦਾ ਹਾਂ, ਭਾਵ ਮੈਨੂੰ ਚੰਗਾ ਲੱਗਦਾ। ਕਈ ਬੰਦੇ ਇੱਦਾਂ ਦੇ ਹੁੰਦੇ ਨੇ, ਦੇਖਿਓ ਤੁਸੀਂ, ਜਦੋਂ ਉਹ ਬੋਲਦੇ ਨੇ ਦਿਲ ਕਰਦਾ ਉਹਨਾਂ ਨੂੰ ਹੋਰ ਸੁਣੀਏ, ਵੀ ਅਗਲੀ ਗੱਲ ਉਹ ਬੋਲਣ। ਕਈਆਂ ਕੋਲ ਬੈਠਦੇ ਆ, ਸਮੇਂ ਦਾ ਪਤਾ ਨਹੀਂ ਲੱਗਦਾ, ਆਪਾਂ ਕਹਿੰਦੇ ਹੋਰ ਬੋਲੋ ਹੋਰ ਬੋਲੋ, ਇਹ ਕੁਝ ਕਹਿਣ ਹੋਰ ਕਹਿਣ, ਚੰਗਾ ਲੱਗਦਾ। ਕਈ ਐਸੇ ਨੇ ਆਪਾਂ ਨੂੰ ਹੁੰਦਾ ਵੀ ਇਹ ਕਦੋਂ ਚੁੱਪ ਹੋਣਗੇ। ਤਾਂ ਬਿਲਕੁਲ ਇਹ ਮੈਂ ਉਦਾਹਰਨ ਦਿੱਤੀ। ਇੱਥੇ ਗੁਰੂ ਸਾਹਿਬ ਜੀ ਕਹਿੰਦੇ ਜਿਹੜੀ ਬਾਣੀ ਆ, ਬਾਣੀ ਦਾ ਕੀਰਤਨ ਆ ਜਾਂ ਬਾਣੀ ਦੀ ਕਥਾ ਹੈ, ਕਹਿੰਦੇ ਉਹਨੂੰ ਸੁਣ ਸੁਣ ਕੇ ਮੈਂ ਜਿਉਂਦਾ ਹਾਂ। ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰਾ ਦਿਲ ਕਰਦਾ ਮੈਂ ਉਹਨੂੰ ਸੁਣਾ, ਹੋਰ ਸੁਣਾ, ਹੋਰ ਸੁਣਾ, ਹੋਰ ਸੁਣਾ, ਸੁਣਦਾ ਜਾਵਾਂ। ਸੁਣ ਸੁਣ ਜੀਵਾਂ ਤੇਰੀ ਬਾਣੀ, ਤੇਰੀ ਬਾਣੀ ਦਾ ਕੀਰਤਨ ਕਥਾ, ਉਹਦਾ ਰਸ ਮੈਨੂੰ ਮਿਲਦਾ ਰਹੇ ਤੇ ਉਹਨੂੰ ਮੈਂ ਕੰਠ ਵਿੱਚ ਵਸਾ ਲਾਂ, ਕਦੇ ਨਾ ਬਾਹਰ ਕੱਢਾਂ। ਐਸੀ ਮੇਰੀ ਬਸ ਇਹੀ ਮੇਰਾ ਸੁਪਨਾ ਹੈ, ਇਹੀ ਸਾਡੀ ਜ਼ਿੰਦਗੀ ਦਾ ਸਰਮਾਇਆ ਹੈ। ਪੈਸੇ ਜਿਹੜੇ ਨੇ ਜਾਂ ਘਰ ਜਿਹੜਾ ਹੈ ਜਾਂ ਬਾਕੀ ਨੌਕਰੀ ਜਿਹੜੀ ਆ, ਇਹ ਚੀਜ਼ਾਂ ਹੋਣੀਆਂ ਬਹੁਤ ਜ਼ਰੂਰੀ ਆ ਬੰਦੇ ਕੋਲੇ, ਪਰ ਜੇ ਇਹਨਾਂ ਦੇ ਨਾਲ ਰੱਬੀ ਗੁਣ ਨਾ ਹੋਣ ਤਾਂ ਬੰਦਾ ਚੰਗਾ ਪਤੀ ਨਹੀਂ ਬਣ ਪਾਵੇਗਾ। ਤੁਸੀਂ ਇਹਨਾਂ ਚੀਜ਼ਾਂ ਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਮਝੋ। ਜੇਕਰ ਤੁਸੀਂ ਇੱਕ ਚੰਗੇ ਪਤੀ ਬਣਨਾ ਚਾਹੁੰਦੇ ਹੋ, ਤੁਹਾਡੇ ਕੋਲ ਪੈਸਾ ਵੀ ਆ, ਤੁਹਾਡੇ ਕੋਲ ਘਰ ਵੀ ਆ। ਜੇ ਚੰਗੀ ਪਤਨੀ ਕੋਈ ਬਣਨੀ ਚਾਹੁੰਦੀ ਹੈ ਤਾਂ ਉਹਦੇ ਕੋਲ ਬਾਣੀ ਹੋਣੀ ਬਹੁਤ ਜ਼ਰੂਰੀ ਆ। ਜੇ ਬਾਣੀ ਉਹਨੂੰ ਕੰਠ ਨਹੀਂ, ਉਹ ਅਨਪੜ੍ਹ ਆ, ਕੋਈ ਗੱਲ ਨਹੀਂ, ਉਹਦੇ ਕੋਲ ਰੱਬ ਦਾ ਪਿਆਰ ਹੋਣਾ ਜ਼ਰੂਰੀ ਆ। ਜੇ ਕੋਈ ਅਨਪੜ੍ਹ ਆ, ਉਹਦੇ ਕੋਲ ਵਾਹਿਗੁਰੂ ਕਹਿਣਾ ਆਉਣਾ ਉਹਨੂੰ ਜ਼ਰੂਰੀ ਆ। ਰਾਮ ਕਹਿ ਲਓ, ਅੱਲਾ ਕਹਿ ਲਓ, ਕੋਈ ਵੀ ਨਾਮ ਰੱਬ ਦਾ, ਬੜੇ ਨਾਮ ਆ ਰੱਬ ਦੇ, ਤਾਂ ਇਹ ਤਾਂ ਹੋਣਾ ਬਹੁਤ ਜ਼ਰੂਰੀ ਆ। ਇਦੋਂ ਬਿਨਾਂ ਤੁਸੀਂ ਚੰਗੀ ਪਤਨੀ ਨਹੀਂ ਬਣ ਪਾਵੋਗੇ, ਚੰਗੇ ਪਤੀ ਨਹੀਂ ਬਣ ਪਾਵੋਗੇ, ਚੰਗੇ ਪੁੱਤਰ ਨਹੀਂ ਬਣ ਪਾਵੋਗੇ, ਚੰਗੇ ਭੈਣ ਚੰਗੇ ਭਰਾ ਨਹੀਂ ਬਣ ਪਾਵੋਗੇ, ਚੰਗੇ ਨੌਕਰ ਚੰਗੇ ਜਿਹੜੇ ਮੁਲਾਜ਼ਮ ਨਹੀਂ ਬਣ ਪਾਵੋਗੇ, ਚੰਗੇ ਅਫਸਰ ਨਹੀਂ ਬਣ ਪਾਵੋਗੇ, ਜੇ ਤੁਹਾਡੇ ਕੋਲ ਬਾਣੀ ਨਹੀਂ ਹੈਗੀ। ਮਹਾਰਾਜ ਇਹ ਨਹੀਂ ਕਹਿ ਰਹੇ ਤੁਸੀਂ ਪੈਸਾ ਨਾ ਕਮਾਓ। ਮਹਾਰਾਜ ਤੁਹਾਨੂੰ ਕਦੋਂ ਕਹਿੰਦੇ ਨੇ? ਕਬੀਰ ਸਾਹਿਬ ਜੀ ਦਾ ਇੱਕ ਬਚਨ ਆ ਬਹੁਤ ਪਿਆਰਾ, ਇਹਨੂੰ ਸਮਝੋ ਇਸ ਗੱਲ ਨੂੰ। ਜੇ ਤੁਹਾਨੂੰ ਇਹਦੀ ਗੱਲ ਦੀ ਸਮਝ ਆ ਗਈ, ਤੁਹਾਡੀ ਜ਼ਿੰਦਗੀ 'ਚ ਪੱਕਾ ਬਦਲਾਵ ਆਵੇਗਾ। ਤੁਸੀਂ ਬਹੁਤ ਵਾਰੀ ਇਹ ਸੁਣਿਆ ਹੋਣਾ, ਕਬੀਰ ਏਕ ਘੜੀ ਆਦੀ ਕਰੀ, ਆਦੀ ਹੂੰ ਤੇ ਆਦ। ਕਬੀਰ ਸਾਹਿਬ ਜੀ ਕਹਿੰਦੇ ਬੰਦਿਆ 24 ਘੰਟੇ ਹੁੰਦੇ ਨੇ, ਉਹਦੇ ਵਿੱਚ ਮੈਂ ਤੈਨੂੰ ਕਹਿ ਰਿਹਾ ਵੀ 24 ਮਿੰਟ ਕੱਢ ਲਾ। ਦੇਖੋ ਉਹ ਬਾਲਾ ਨਹੀਂ ਕਹਿ ਰਹੇ, ਇਹ 24 ਮਿੰਟ ਕਿੰਨੇ ਕੁ ਹੁੰਦੇ ਨੇ, ਫਿਰ ਉਹ ਇਹਨੂੰ ਹੋਰ ਕੱਟੀ ਜਾਂਦੇ ਨੇ। ਕਹਿੰਦੇ ਬੰਦਿਆ ਤੂੰ ਕੰਮ ਕਰ ਪਰਿਵਾਰ ਦੇ, ਪਰਿਵਾਰ ਨੂੰ ਪਾਲ, ਜ਼ਿੰਮੇਵਾਰੀਆਂ ਸਮਝ, ਠੀਕ
सब ठीक, 24 मिनट ने, तेथों मैं 24 मिनट मंग रहा। एक घड़ी विद्वान कहते 24 मिनटां दी हुंदी आ। ये सारे विद्वान इवें कहते हैं। ते कहते आदि करी, चल तू बहुत बिजी आ, मैं तेनों ये कह रहा भी चल 24 मिनट भी रहन दे आउण नूं गुरु कोले, 12 मिनट कढ ला। हुण तुसीं इह गल नूं पूरे ध्यान नाल सुणिओ, क्योंकि किसी ने ये लभीआं हुंदियां, खोजियां हुंदियां, फिर पढ़ते हैं उन्होंने घंटा ला के, फिर समझते हाँ, फिर रखते हैं संगत विच। बहुत इनू समा लगता इन्हां गल्लां नूं। एक घड़ी 24 मिनट ने, तू 24 मिनट गुरु कोले आ जा। अगों सिख कहंदा मैं बहुत बिजी हाँ, आप मैनू बड़े काम ने, मेरा परिवार आ जी, सिर खुरकण दी वेल नहीं। कबीर साहब कहंदे चल ठीक आ, मैं मान ली तेरी गल, तू 12 मिनट आ जा। आदि करी 24 मिनटां दा 12 मिनट। वो कहंदे मैनू बहुत काम आ जी। कबीर साहब कहंदे चल ठीक है, आदि हूँ ते आद, 12 मिनट का भी अध कर दे, 6 मिनट रह गए। हुण 6 मिनट तो आ जी। गल ये नहीं भी 6 मिनट की गल नहीं, इत्थे निबेड़दे नहीं गल। वो कहंदे भगतन सेती गोष्टे जो कीने सो लाभ। हुण जे तू 6 मिनट आया ना, 6 मिनट आया, हुण सब भुल जी। गल ये आ, गल घंटा बंदगी करन दी नहीं। मान लो मैं 2 घंटे बैठा, तुसीं बह गए, अंदर परिवार की याद आ रही आ, हजे भी अंदर कुछ होर आ, वो गल नहीं बनेगी। गल ये आ भी तुसीं 6 मिनट भावें बह जाओ, बैठो इउं गुरु मैं बस तेरा ही हाँ। हुण 6 मिनट तुसीं वेखोगे एक करामात, ये 6 मिनट तुहाडे सारे दिन च फैल जाणगे जे तुसीं मन नाल गुरु कोले बैठे सी। जे तुसीं घंटा भी बह गए, मान लो घंटा भी बह गए ना, पर तुहाडा ध्यान किते होर आ, वो गल नहीं बनी। एक साखी मैं कहां तुहानूं बड़ी प्यारी आ, ये तुसीं सब ने सुणीआं होईआं ने। गल हुंदा भी कई वारी असीं तैयार नहीं हुंदे, उदों चीज़ फर्क पा दिंदी आ। गुरु गोबिंद सिंह जी महाराज का दरबार सजिया होया एक दिन, बड़ी सोहनी साखी है। तो कुदरती तौर पर लागे ही उत्थों थोड़ी जी किलोमीटर ते एक मेला लग्या होया। कुछ सिंह कहण लगे इउं ना करिए, आपां मेला वेखण चलीए। कहंदे नहीं, अद्धे कहंदे महाराज ने अज कथा करनी आ, गुरु गोबिंद सिंह जी ने अर्थ सुनाने ने, ते क्यों ना आपां अर्थ ही सुन लीए। जिन्हां दे दिल विच इह गल सी कि अर्थ सुनने ने, वो आ गए, पर उन्हां दा ध्यान मेले च रहा। कुछ सिख मेले च चले गए सिंह, उन्हां दा ध्यान ये रहा भी गुरु साहब नूं जे पता लग गया ते होर ना किते महाराज गुस्से ही हो जाण, निराश हो जाण अपने ना। तां इदां जिहड़े तां मेले च सी, वो तां रहे गुरु साहब दा ध्यान दे उन्हां दे दिल च रहा भी महाराज कलगियां वाले हुण इह करदे होणगे। जिहड़े उत्थे बैठे सी वो कहंदे अद्धे तां मेले च चले गए, वो तां नज़ारे लैंदे ने। महाराज कोल शिकायत की, कहंदे साहिब जी कलगियां वाले सच्चे पातशाह, तुहाडे सिंह तां मेले ते फिरदे आदे। जिन्हां ने कीती महाराज कहंदे मेले ते सारे ही फिरदे, अज तुसीं भी मेले च ही हो, बस फर्क इन्ना तुहाडी रूह मेले च फिरदी आ, सिर्फ शरीर लाश बन के संगत विच बैठा, सिर्फ शरीर बह गया, मन नहीं बैठा। कथा मन ने सुननी आ, शरीर ने थोड़ी सुननी। शरीर की तो खुराक ही नहीं, ये तो अन्न ते पानी नाल चलदा। तां करके महाराज हस के आखण लगे, कहंदे अज हाजिर गैर हाजिर हो गए, गैर हाजिर हाजिर हो गए। ये साखी महाराज ने ते उदों उन्हां नूं कहा, ते इतिहासकारां ने लिखी आ भी भाई हाजिर हाजिर होवो, गैर हाजिर हाजिर ना होवो। 5 मिनट आ जाओ, तुहानूं बाला गुरु महाराज कदों कहंदे, पर आओ इन्ने ध्यान नाल सारा शरीर तुहाडा कंन बन जे, सारा शरीर जदों गुरु नूं सुनना है। तां इह पातशाह जी ने अज कहा है। ते आपां जदों संगत करनी हुंदी आ, हर हर चरण हृदय उर धारे, सिमर सुआमी सतगुर अपना, कारज सफल हमारे। फिर बंदे दे कारज जिहड़े पूरे चढ़दी कला च हुंदे ने जदों आपां सच्चे दिलों आके बहने आ। इस करके गुरु कोले बहना होवे,
ਸਦਾ ਹੀ ਭਾਈ ਹਮੇਸ਼ਾ ਹੀ ਤਨੋ ਮਨੋ ਬਹਿਣਾ ਚਾਹੀਦਾ। ਗੁਰੂ ਸਾਹਿਬ ਨੂੰ ਸਭ ਪਤਾ ਕੌਣ ਕਿਵੇਂ ਦਾ ਹੈ, ਆਪਾਂ ਨੂੰ ਭਾਵੇਂ ਨਹੀਂ ਪਤਾ, ਤਾਂ ਸਦਾ ਹੀ ਭਾਈ ਸਦਾ ਹੀ ਕਿਸੇ ਨੂੰ ਦਿਖਾਵੇ ਦੇ ਲਈ ਨਹੀਂ, ਆਪਣੇ ਮਨ ਦੀ ਸ਼ਾਂਤੀ ਲਈ ਸਾਹਿਬ ਕੋਲ ਆ ਕੇ ਦਿਲੋਂ ਬੈਠੋ। ਹਮੇਸ਼ਾ 5 ਮਿੰਟ ਬਹਿ ਜਾਓ, 10 ਮਿੰਟ ਬਹਿ ਜਾਓ, 2 ਮਿੰਟ ਬਹਿ ਜਾਓ ਭਲਾ ਦੀ। ਇਹ ਬੜੀਆਂ ਗੱਲਾਂ ਕੀਮਤੀ ਹਨ। ਇਹਨਾਂ ਦਾ ਮੁੱਲ ਉਸ ਦਿਨ ਪਵੇਗਾ ਜਿਸ ਦਿਨ ਤੁਸੀਂ ਇਹ ਕਰੋਗੇ। ਪਹਿਲਾਂ ਸਿਰਫ ਗੱਲਾਂ ਹੀ ਗੱਲਾਂ ਨੇ, ਜਿੱਦਣ ਕਰੋਗੇ ਤੇ ਪਤਾ ਲੱਗੇਗਾ। ਅੱਜ ਦੇ ਦੀਵਾਨ 'ਚ ਇਤਨਾ ਹੀ। ਗੁਰੂ ਸਾਹਿਬ ਜੀ ਦੀ ਸ਼ਾਨ ਬੜੀ ਉੱਚੀ ਹੈ। ਬੋਲਦੇ ਹਾਂ ਇੱਕ ਨਹੀਂ, ਬਹੁਤ 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 ਭੁੱਲਾਂ ਹੋ ਗਈਆਂ ਹਨ ਪਿਆਰਿਓ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਸਾਨੂੰ ਬਖਸ਼ ਲੈਣ। ਆਓ ਹੁਣ ਆਪਾਂ ਗੁਰੂ ਅਰਜਨ ਦੇਵ ਜੀ ਨੇ ਕੀ ਕਿਹਾ ਹੈ ਕਿ ਦੁਨੀਆ ਦਾ ਸਭ ਤੋਂ ਵੱਡਾ ਪੁੰਨ, ਦੁਨੀਆ ਦਾ ਸਭ ਤੋਂ ਵੱਡਾ ਦਾਨ, ਦੁਨੀਆ ਦੀ ਸਭ ਤੋਂ ਚੰਗੀ ਪੂਜਾ ਪਰਮੇਸ਼ਰ ਦੀ ਬੰਦਗੀ ਆ। ਪੁੰਨ ਦਾਨ ਪੂਜਾ ਪਰਮੇਸ਼ਰ, ਹਰ ਕੀਰਤ ਤਤ ਵਿਚਾਰੇ। ਦੁਨੀਆ ਦਾ ਸਭ ਤੋਂ ਵੱਡਾ ਪੁੰਨ ਕਰ ਲਈਏ, ਦੁਨੀਆ ਦਾ ਸਭ ਤੋਂ ਵੱਡਾ ਦਾਨ ਕਰ ਲਈਏ, ਦੁਨੀਆ ਦੀ ਸਭ ਤੋਂ ਵੱਡੀ ਪੂਜਾ ਕਰ ਲਈਏ, ਉਹ ਆ ਵਾਹਿਗੁਰੂ ਕਹਿਣਾ। ਆਓ ਰਲ ਕੇ ਚੌਂਕੜਾ ਮਾਰ ਕੇ ਮਨ ਨੂੰ ਇਕਾਗਰ ਕਰਕੇ ਐਸੇ ਪਿਆਰੇ ਦੀ ਬੰਦਗੀ ਕਰੀਏ, ਉਹਦੇ ਨਾਮ ਦੇ ਨਾਲ ਜੁੜੀਏ। ਇਹ ਮਹਾਰਾਜ ਅੱਗੇ ਬੇਨਤੀਆਂ ਕਰੀਏ ਕਿ ਸਰਬੱਤ ਦਾ ਹੀ ਭਲਾ ਹੋਵੇ ਭਾਈ, ਸਰਬੱਤ ਜੀਆਂ ਦਾ ਭਲਾ ਹੋਵੇ। ਆਓ ਪਿਆਰ ਨਾਲ ਕਹਿ ਲਈਏ ਜੀ ਵਾਹਿਗੁਰੂ।
ਦੇਹੋ ਸੱਜਣ ਸੀਸੜੀਆਂ, ਜੋ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ।